अस्सलाम वालेकुम दोस्तों, क्या हाल चाल ने? ठीक हो? मेरा ਵੀਰ ਅੱਜ कुरान ਦੀ तारीफ बयान ਕਰਨ लग्या कि दुनिया की किताबों में देखो दुनिया की किताबों में कुरान चमकता है। दुनिया की किताबों में कुरान चमकता है। कुरान में अल्लाह का कुरान में अल्लाह का फरमान चमकता है। आदत बना ले आदत बना ले जो तिलावत कुरान की आदत बना ले जो तिलावत कुरान की अल्लाह की नज़रों में अल्लाह की नज़रों में वो इंसान चमकता है। ठीक है ना? अल्लाह दी नज़रां च वो इंसान चमकन लग पैंदा है। अल्लाह अपना दोस्त बना लेता है। ठीक है? और अल्लाह उन्हां तों राज़ी हो जांदा है। ते कुरान ही अल्लाह ताला दी वो रस्सी है जिस रस्सी नूं पकड़ ते अल्लाह ताला दी रस्सी कुरान मजीद है जिंदे सहारे आपां पार लंघ सकने अल्लाह दे करीब हो सकने। ठीक है? और अगर आपां रस्सी ना फड़ी ਤਾਂ ਆਪਾਂ ਕਿੱਧਰ ਜਾਵਾਂਗੇ। ਔਰ ਮੈਨੂੰ ਦੁੱਖ ਸਿਰਫ ਇਸੇ ਗੱਲ ਦਾ ਹੈ ਕਿ ਉਸ ਕੁਰਾਨ ਦੇ ਖਿਲਾਫ ਹਦੀਸਾਂ ਬਿਆਨ ਕਰਦੇ ਨੇ, ਕਹਿੰਦੇ ਕਿ ਨਬੀ ਨੇ ਫਰਮਾਇਆ ਹੈ। ਔਰ ਜਿਹੜੀ ਗੱਲ ਤੂੰ ਅੱਲਾਹ ਤਾਲਾ ਕੁਰਾਨ ਵਿੱਚ ਮਨਾ ਕਰਦਾ ਹੈ ਉਹ ਇਹ ਹਦੀਸਾਂ ਹੀ ਬਿਆਨਾਤ ਕਰ ਦਿੰਦੇ ਨੇ ਕਿ ਜਨਾਬ ਇਹ ਤਾਂ ਨਬੀ ਪਾਕ ਨੇ ਫਰਮਾਇਆ ਹੈ। ਦੱਸੋ ਯਾਰ ਕਿ ਨਬੀ ਪਾਕ ਨੇ ਕਦੀ ਵੀ ਕੁਰਾਨ ਦੀ ਮੁਖਾਲਫਤ ਨਹੀਂ ਕੀਤੀ। ਤੇ ਇਹ ਫਿਰਕੇਬਾਜ਼ ਜਿਹੜੇ ਲੋਕ ਹੈਗੇ ਨੇ ਇਹ ਜਾਹਿਲ ਲੋਕ ਜਿਹੜੇ ਹੈਗੇ ਨੇ ਫਿਰਕੇਬਾਜ਼ ਲੋਕ ਹਨ ਇਹਨਾਂ ਨੇ ਪਤਾ ਨਹੀਂ ਕੀ ਨਹੀਂ ਬਿਆਨ ਕੀਤਾ। ਔਰ ਕੋਈ ਐਸਾ ਇਨਸਾਨ ਅੱਗੋਂ ਖੜਾ ਨਹੀਂ ਹੋਇਆ ਕਿ ਇਹਨਾਂ ਨੂੰ ਜਨਾਬ ਠੱਲ ਪਾ ਲਵੇ, ਇਹਨਾਂ ਨੂੰ ਰੋਕੇ। ਠੀਕ, ਕੋਈ ਐਸਾ ਇਨਸਾਨ ਨਹੀਂ ਖੜਾ ਹੋਇਆ। ਮੁਸਲਮਾਨ ਤਾਂ ਬਹੁਤ ਬਣ ਗਏ ਨਾਂ ਦੇ ਮੁਸਲਮਾਨ, ਕਲਮਾ ਪੜ੍ਹ ਲਏ ਤੇ ਮੁਸਲਮਾਨ। ਠੀਕ ਹੈ? ਉਦੋਂ ਕਲਮਾ ਹੀ ਪੜ੍ਹਦੇ ਉਦੋਂ ਦਰਬਾਰਾਂ ਜਿਹਾ ਮੰਗਣਾ ਵੀ ਸ਼ੁਰੂ ਕਰਦੇ, ਅੱਲਾ ਦੇ ਸ਼ਰੀਕ ਵੀ ਠਹਿਰਾਈ ਜਾਂਦੇ ਨੇ, ਗੈਰੁੱਲਾ ਕੋਲੋਂ ਮੰਗੀ ਜਾਂਦੇ ਨੇ। ਠੀਕ ਹੈ? ਉਦੋਂ 5 ਵਕਤ ਦੀ ਨਮਾਜ਼ ਵੀ ਪੜ੍ਹੀ ਜਾਂਦੇ ਨੇ ਉੱਧਰ ਵੀ। ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ। ਜਦੋਂ ਤੁਹਾਨੂੰ ਅੱਲਾ ਤੇ ਯਕੀਨ ਹੀ ਨਹੀਂ ਹੈਗਾ ਤੇ ਮੁੜ ਤੁਹਾਨੂੰ ਉਹਨਾਂ ਦੇ ਬਾਬਿਆਂ ਤੇ ਯਕੀਨ ਹੈਗਾ ਕਿ ਜਿਹੜੇ ਅੱਲਾਹ ਤਾਲਾ ਜਿਨ੍ਹਾਂ ਬਾਰੇ ਅੱਲਾਹ ਤਾਲਾ ਕੁਰਾਨ में फरमाता ਪਿਆ है कि जो कब्रों में है आप उनको सुना नहीं सकते। ठीक है? ਤੇ ਫਿਰ ਵੀ ਇਤਨੇ ਅਕੀਦੇ ਇਤਨਾ ਜ਼ਿਹਨ ਲੜਾਉਂਦੇ ਜਿਵੇਂ ਕਹਿੰਦੇ ਨੇ ਉਹ ਸੁਣਦੇ ਨੇ ਉਹੀ ਕਰਦੇ ਨੇ। ਜੇਕਰ ਉਹ ਸੁਣਦੇ ਹਨ ਤੁਹਾਡੇ ਜ਼ਿਹਨ ਵਿੱਚ ਸੁਣਦੇ ਹਨ ਤੇ ਫਿਰ ਅੱਲਾਹ ਦਾ ਕੁਰਾਨ ਕੀ ਫਰਮਾਉਂਦਾ ਪਿਆ ਹੈ? क्यों अल्लाह ताला ने कुरान में फरमाया है कि जो कब्रों में है आप उनको सुना नहीं सकते। इनका मतलब ये है मुड़ आप कुरान ते यकीन नहीं रखते। ਜਦੋਂ ਆਪ ਕੁਰਾਨ ਤੇ ਯਕੀਨ ਨਹੀਂ ਰੱਖਦੇ ਤੇ ਮੁੜ ਜਨਾਬ ਤੁਸੀਂ ਫਿਰ ਉਸ ਸਾਈਡ ਤੇ ਹੀ ਜਾਣਾ। ਮੇਰਾ ਵੀਰ ਤਾਂ ਤੁਹਾਨੂੰ ਕਹਿਣਾ ਕਿ ਅੱਲਾਹ ਦੇ ਕੁਰਾਨ ਦੀ ਇੱਕ ਇੱਕ ਐਤ ਤੇ ਈਮਾਨ ਰੱਖੋ। ਕੋਈ ਕਹਿੰਦੇ ਨਬੀ ਨੂਰ ਮਿਨ ਨੂਰ ਅੱਲਾ ਹੈ। ठीक, अल्लाह ताला ने कुरान में तो नहीं फरमाया कि ए मोहम्मद के इनको कह दो कि मैं नूर हूँ। ठीक है? नबी ने तो नहीं कहा कि मैं नूर हाँ। लेकिन इन्हां दे अल्फाज इन्हां दे जेड़े न अकीदे, ठीक है, ਉਹ ਨਬੀ ਦੇ ਨਾਂ ਤੇ ਹੀ ਇੰਨੇ ਅੱਗੇ ਲੰਘ ਗਏ ਤੇ ਕੋਈ ਐਸਾ ਇਨਸਾਨ ਨਹੀਂ ਖੜਾ ਹੈਗਾ ਜਿਹੜਾ ਜਨਾਬ ਇਹਨਾਂ ਨੂੰ ਆਖੇ ਕਿ ਯਾਰ ਤੁਸੀਂ ਰੁਕੋ। ਠੀਕ ਹੈ? ਮੈਂ ਨਹੀਂ ਵੇਖਾ ਕਿ ਅੱਲਾਹ ਤਾਲਾ ਨੇ ਜੋ ਕੁਰਾਨ ਵਿੱਚ ਫਰਮਾਇਆ ਉਹ ਸੱਚ ਹੈ। ਉਹਦੇ ਵਿੱਚ ਸ਼ੱਕ ਦੀ ਜਗ੍ਹਾ ਵੀ ਨਹੀਂ। ਮੁਸਲਮਾਨ ਅਗਰ ਈਮਾਨ ਵਾਲਾ ਬੰਦਾ ਹੈ ਨਾ ਉਹਦੇ ਵਿੱਚ ਸ਼ੱਕ ਦੀ ਜਗ੍ਹਾ ਨਹੀਂ ਕਰ ਸਕਦਾ। ਉਹਦੇ ਵਿੱਚ ਸ਼ੱਕ ਵਾਲੀ ਜਗ੍ਹਾ ਹੈ ਵੀ ਨਹੀਂ। ਇਹ ਕੈਸੇ ਮੁਸਲਮਾਨ ਹੈ? ਇਹ ਕੈਸੇ ਈਮਾਨ ਵਾਲੇ? ਉਦੋਂ ਕਹਿੰਦੇ ਨੇ ਜੀ ਅਸੀਂ ਤਾਂ ਅੱਲਾਹ ਤੋਂ ਡਰਨੇ, ਅਸੀਂ 5 ਵਕਤ ਦੇ ਨਮਾਜ਼ੀ ਹੈ, ਪਰਹੇਜ਼ੀ ਹੈ, ਅਸੀਂ ਫਲਾਣੇ ਹੈ, ਅਸੀਂ ਟਮਕਾਣੇ ਹੈ।
ਜੋ ਤੁਸੀਂ ਅੱਲਾ ਦੇ ਕੁਰਾਨ ਤੇ ਯਕੀਨ ਹੀ ਨਹੀਂ, ਅੱਲਾ ਦੇ ਕੁਰਾਨ ਦੇ ਜੋ ਵਿੱਚ ਆਇਤਾਂ ਹਨ, ਅੱਲਾ ਦਾ ਫਰਮਾਨ ਹੈਗਾ, ਉਹਦੇ ਤੇ ਤੁਹਾਨੂੰ ਯਕੀਨ ਹੀ ਨਹੀਂ, ਮੁੜ ਤੁਸੀਂ ਮੁਸਲਮਾਨ ਕਿਹਦੇ ਜੀ? ਹੁਣ ਬਾਬੁਲ ਸ਼ਾਹ ਸਹੀ ਨਹੀਂ ਫਰਮਾਉਂਦਾ, ਉਹਨੇ ਆਲਮ ਫਾਜ਼ਲ ਮੇਰੇ ਭਾਈ, ਇਹ ਆਲਿਮ ਫਾਜ਼ਲ ਮੇਰੇ ਭਾਈ, ਪਾ ਪੜਿਆ ਮੇਰੀ ਅਕਲ ਗਵਾਈ, ਜੋ ਦੇਵੇ ਇਸ਼ਕ ਹੁਲਾਰੇ ਤਾਂ ਮੈਂ ਦੱਸਣਾ ਹਾਂ, ਇਹਨਾਂ ਪਾ ਪੜਿਆ ਤੂੰ ਮੈਂ ਨੱਸਣਾ ਹਾਂ। ਠੀਕ ਹੈ। ਬਾਬਾ ਬੁੱਲੇ ਸ਼ਾਹ ਸਰਕਾਰ ਨੇ ਤੇ ਇਹ ਨਹੀਂ ਆਖਿਆ ਕਿ ਜਦੋਂ ਮੈਂ ਦੁਨੀਆ ਤੋਂ ਪਰਦਾ ਕਰ ਜਾਵਾਂ, ਚਲਾ ਜਾਵਾਂ, ਤਾਂ ਤੁਸੀਂ ਮੇਰੀ ਕਬਰ ਤੇ ਆਦ ਜਨਾਬ ਮੰਗਣਾ ਸ਼ੁਰੂ ਕਰ ਦੇਵੇ ਜੀ। ਬਾਬਾ ਬੁੱਲੇ ਸ਼ਾਹ ਨੇ ਤਾਂ ਨਹੀਂ ਫਰਮਾਇਆ, ਲੇਕਿਨ ਇਹ ਤੁਸੀਂ ਕੱਢੇ ਰਸਤੇ। ਜਿਹੜੇ ਅੱਲਾ ਦੇ ਨੇਕ ਬੰਦੇ ਨੇ ਨਾ, ਉਹ ਤੁਹਾਨੂੰ ਅੱਲਾ ਦੇ ਕਰੀਬ ਕਰਨ ਦੀ ਦਾਵਤ ਦਿੰਦੇ ਨੇ, ਆਦੇ ਕਰੀਬ ਨਹੀਂ ਕਰਦੇ, ਅੱਲਾ ਦੇ ਕਰੀਬ ਕਰਦੇ ਨੇ। ਤੁਸੀਂ ਅੱਲਾ ਦੇ ਕਰੀਬ ਹੋ ਜਾਓ, ਇੱਕ ਅੱਲਾ ਦੀ ਇਬਾਦਤ ਕਰੋ। ਨਬੀ ਨੇ ਵੀ ਆਪਾਂ ਨੂੰ ਇਹੀ ਦੱਸਿਆ ਕਿ ਇੱਕ ਅੱਲਾ ਦੀ ਇਬਾਦਤ ਕਰਨੀ, ਕਿਸੇ ਗੈਰ ਦੀ ਨਹੀਂ ਕਰਨੀ। ਔਰ ਤੁਸੀਂ ਕੈਸੇ ਇਨਸਾਨ ਯਾਰ ਕਿ ਗੈਰ ਉਲਣ ਮੰਗਣ ਲੱਗ ਮੁਸਲਮਾਨ ਹੋ ਤੇ ਗੈਰ ਉਲਣ ਮੰਗਦੇ ਯਾਰ, ਈਮਾਨ ਵਾਲੇ ਹੋ ਤੇ ਇਹ ਜਿਹੀ ਗੱਲਾਂ ਕਰਦੇ ਜੀ। ਕਿ ਤੁਸੀਂ ਬਾਰ-ਬਾਰ ਇਹ ਗੱਲ ਕਰਦੇ ਜੇ ਕਿ ਅਸੀਂ ਤਾਂ ਇਮਾਮ ਮਹਿੰਦੀ ਅਲੈਹਿਸਲਾਮ ਦੇ ਨਾਲ ਗਰੋਹ ਬਣ ਕੇ ਖੜੇ ਹੋਵਾਂਗੇ, ਜਮਾਤ ਬਣ ਕੇ ਖੜੇ ਹੋਵਾਂਗੇ। ਉਹ ਕਿਸ ਤਰੀਕੇ ਖੜੇ ਹੋਵੋਗੇ ਜਮਾਤ ਬਣ ਕੇ, ਜਦੋਂ ਤੁਸੀਂ ਕੁਰਾਨ ਦੀ ਆਇਤਾਂ ਦੇ ਖਿਲਾਫ ਹੈਗੇ ਜੇ? ਇਮਾਮ ਮਹਿੰਦੀ ਅਲੈਹਿਸਲਾਮ ਤਾਂ ਕੁਰਾਨ ਦੇ ਸਾਥ ਹੋਣਗੇ, ਉਹ ਅੱਲਾ ਦਾ ਫਰਮਾਨ ਲੈ ਕਰ ਆਏਂਗੇ, ਤੁਹਾਨੂੰ ਦੱਸਣਗੇ ਕਿ ਅੱਲਾ ਦਾ ਕੁਰਾਨ ਤੁਹਾਨੂੰ ਸਮਝਾਣਗੇ, ਦੁਬਾਰਾ ਸਮਝਾਣਗੇ। ਲੇਕਿਨ ਫਿਰ ਵੀ ਤੁਹਾਡੇ ਤਾਂ ਅਕੀਦੇ ਹੀ ਇਤਨੇ ਪੱਕੇ ਹੈਗੇ, ਤੁਸੀਂ ਤਾਂ ਉਸ ਅਕੀਦਿਆਂ ਤੋਂ ਪਿਛਾੜ ਹੀ ਨਹੀਂ ਸਕਦੇ ਜੀ। ਕਿਸ ਤਰੀਕੇ ਬਚੋਗੇ? ਅੱਲਾ ਦੇ ਅਜ਼ਾਬ ਤੋਂ ਕਿਵੇਂ ਬਚੋਗੇ? ਅੱਲਾਹ ਤਾਲਾ ਫਰਮਾਉਂਦਾ ਹੈ ਨਾ ਕਿ ਜਨਾਬ ਕਬਰ ਦੋਜ਼ਖ ਦੇ ਗੜ੍ਹਾਂ ਚੋਂ ਗੜ ਵੀ ਏ ਔਰ ਜੰਨਤ ਦੇ ਬਾਗਾਂ ਚੋਂ ਬਾਗ ਵੀ ਏ। ਇਹ ਹਦੀਸਾਂ ਤੁਸੀਂ ਆਪ ਹੀ ਬਿਆਨ ਕਰਦੇ ਜੀ, ਮੈਂ ਤਾਂ ਨਹੀਂ ਇਹਦੇ ਕੋਲ ਬਿਆਨ ਕੀਤੀ, ਤੁਸੀਂ ਆਪ ਹੀ ਬਿਆਨ ਕੀਤੀਆਂ। ਔਰ ਅੱਲਾਹ ਤਾਲਾ ਨੇ ਜੰਨਤ ਵੀ ਬਣਾਈ ਹੈ, ਦੋਜ਼ਖ ਵੀ ਬਣਾਈ ਹੈ। ਠੀਕ ਹੈ। ਜਿਹੜਾ ਸ਼ੈਤਾਨ ਦਾ ਸਾਥੀ ਹੋਏਗਾ ਉਹ ਦੋਜ਼ਖ ਵਿੱਚ ਜਾਏਗਾ, ਜਿਹੜਾ ਅੱਲਾ ਦਾ ਫਰਮਾ ਬਰਦਾਰ ਹੋਏਗਾ ਉਹ ਜੰਨਤ ਵਿੱਚ ਜਾਏਗਾ। ਔਰ ਆਪਾਂ ਇਤਾਅਤ ਕਰਨੀ ਸੀ ਨਬੀ ਦੀ, ਕਿ ਨਬੀ ਕਰੀਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਜੋ ਰਸਤਾ ਆਪਾਂ ਨੂੰ ਦੱਸਿਆ, ਆਪਾਂ ਉਸ ਰਸਤੇ 'ਤੇ ਚੱਲਣਾ ਸੀ। ਮੁਸਲਮਾਨ ਨੂੰ ਮੁਸਲਮਾਨ ਦਾ ਭਾਈ ਬਣਾਇਆ, ਠੀਕ ਹੈ। ਉਹ ਰਸਤਾ ਕੁਰਾਨ ਮਜੀਦ ਦੇ ਜ਼ਰੀਏ, ਕੁਰਾਨ ਮਜੀਦ ਆਪਾਂ ਨੂੰ ਕਿਹਨੇ ਦੱਸਿਆ ਹੈ? ਨਬੀ ਕਰੀਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੇ ਆਪਾਂ ਨੂੰ ਦੱਸਿਆ ਨਾ ਕਿ ਆਹ ਅੱਲਾ ਦਾ ਕੁਰਾਨ ਜੇ, ਅੱਲਾ ਦਾ ਫਰਮਾਨ ਜੇ, ਇਹਦੀ ਮੁਖਾਲਫਤ ਨਹੀਂ ਕਰਨੀ ਜੀ। ਕਿ ਤੁਹਾਨੂੰ ਕਿਸੇ ਹੋਰ ਨੇ ਆਖਿਆ ਕਿ ਜਨਾਬ ਤੁਸੀਂ ਕੁਰਾਨ ਦੀ ਮੁਖਾਲਫਤ ਕੀਤੀ ਜਾਓ, ਤੇ ਜਨਾਬ ਜਿਹੜੀਆਂ ਆਦੇ ਕੋਲ ਜਿਹੜੀ ਹਦੀਸਾਂ ਲਿਖੀਆਂ ਉਹ ਬਿਆਨ ਕੀਤੀ, ਉਹ ਸਹੀ ਜੇ ਤੇ ਆ ਗਲਤ ਜੀ। ਅਸਤਗਫਿਰੁੱਲਾਹ, ਇਹ ਗੱਲਾਂ ਤੁਸੀਂ ਬਿਆਨ ਕਰਦੇ ਹੀ ਯਾਰ। ਨਬੀ ਨੇ ਨਹੀਂ ਆਖਿਆ ਕਿ ਮੈਂ ਨੂਰ ਹਾਂ, ਕਿਸੇ ਨਬੀ ਨੇ ਨਹੀਂ ਆਖਿਆ ਕਿ ਗੈਬ ਦਾ ਇਲਮ ਮੇਰੇ ਕੋਲ ਹੈਗਾ, ਕਿਸੇ ਨਬੀ ਨੇ ਆਖਿਆ ਹੋਵੇ? ਜੋ ਅੱਲਾਹ ਤਾਲਾ ਕੁਰਾਨ ਹੀ ਫਰਮਾਉਂਦਾ ਵੀ ਗੈਬ ਦੇ ਇਲਮ ਸਿਰਫ ਅੱਲਾਹ ਕੋਲ ਹੈ, ਅੱਲਾਹ ਸਿਵਾ ਕਿਸੇ ਕੋਲ ਵੀ ਨਹੀਂ ਦਾ, ਤੇ ਤੁਸੀਂ ਕਿਵੇਂ ਬਿਆਨ ਕਰਦੇ ਜੀ ਕਿ ਗੈਬ ਦੇ ਇਲਮ ਫਲਾਣੇ ਕੋਲ ਹੈ ਤੇ ਫਲਾਣੇ ਕੋਲ ਹੈ? ਕਿਹੜੇ ਅਕੀਦੇ ਨਾਲ? ਕੋਈ ਖੁਦਾ ਦਾ ਖੌਫ ਖਾਓ ਮੇਰਾ ਵੀਰ, ਅੱਲਾਹ ਤੋਂ ਡਰਦੇ ਰਹੋ। ਅੱਲਾਹ ਇੱਕ, ਉਹਦਾ ਕੋਈ ਸ਼ਰੀਕ ਨਹੀਂ, ਬਸ ਉਹੀ ਇਬਾਦਤ ਕੇ ਲਾਇਕ ਹੈ। ਉਹ ਅਜ਼ਾਬ ਦੇਵਣ ਵਾਲਾ ਵੀ, ਉਹ ਅਜ਼ਾਬ ਵੀ ਦਿੰਦਾ ਹੈ। ਜੇ ਅਗਰ ਉਹ ਰਹਿਮਤ ਕਰਨ ਵਾਲਾ ਵੀ ਹੈ ਤਾਂ ਉਹ ਅਜ਼ਾਬ ਦੇਵਣ ਵਾਲਾ ਵੀ ਹੈ, ਉਹਦਾ ਬਹੁਤ ਸਖਤ ਅਜ਼ਾਬ ਹੈ। ਜਦੋਂ ਅੱਲਾਹ ਦਾ ਡਰ ਸੀਨੇ 'ਚ ਪੈਦਾ ਹੋਵੇਗਾ ਨਾ, ਫਿਰ ਆਪਾਂ ਇਹਨਾਂ ਗੱਲਾਂ ਤੋਂ ਬਚਾਂਗੇ। ਜਿੰਨੀ ਦੇਰ ਡਰ ਹੀ ਨਹੀਂ ਸੀਨੇ 'ਚ ਆਉਣਾ, ਅੱਲਾਹ ਦਾ ਖੌਫ ਹੀ ਨਹੀਂ ਸੀਨੇ 'ਚ ਆਉਣਾ, ਤੇ ਫਿਰ ਆਪਾਂ ਕਿਵੇਂ ਡਰਾਂਗੇ? ਮੈਂ ਇੱਕ ਜਗ੍ਹਾ ਤੇ ਕੰਮ ਕਰਦਾ ਪਿਆ ਸਾਂ, ਉਹ ਨਾਲ ਹੀ ਦਰਬਾਰ ਹੈ, ਉੱਤੇ ਮੈਂ ਇੱਕ ਐਂ ਸਾਈਡ ਤੇ ਦੁਕਾਨ ਜਿਵੇਂ ਬਣਾਉਂਦਾ ਪਿਆ, ਉੱਥੇ ਕੰਮ ਕਰਦਾ ਪਿਆ, ਤੇ ਮੈਂ ਉੱਤੇ ਇਕੱਲੀ ਇੱਕ ਕਬਰ ਹੈ ਸਿਰਫ, ਉਹਦੇ ਉੱਤੇ ਕੋਠਾ ਜਿਹਾ ਪਾਇਆ ਹੋਇਆ, ਤੇ ਮੈਂ ਕਈ ਲੋਕ ਉੱਥੇ ਵੇਖੇ ਜਨਾਬ, ਆਉਂਦਿਆਂ ਜਨਾਬ ਉੱਥੇ ਜਾਂ ਤੇ ਸਜਦੇ ਪੈ ਜਾਂਦੇ ਨੇ, ਕਦਮੀ ਪੈ ਜਾਂਦੇ ਨੇ, ਠੀਕ ਹੈ, ਉਹਦੇ ਕੋਲ ਮੰਗਣ ਲੱਗ ਪੈਂਦੇ ਨੇ। ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ, ਯਾਰ ਹਟ ਜਾ, ਇਹ ਕੰਮ ਠੀਕ ਨਹੀਂ, ਅੱਲਾ ਦਾ ਨਾਫਰਮਾਨੀ, ਇਹ ਗੈਰ ਅੱਲਾ ਨੂੰ ਕੋਲ ਐਵੇਂ ਨਾ ਮੰਗੇ, ਇਹ ਨਹੀਂ ਸੁਣਦੇ।
ਅੱਲਾਹ ਤਾਲਾ ਨੇ ਕੁਰਾਨ 'ਚ ਫਰਮਾਇਆ ਹੈ। ਉਹਨਾਂ ਦੇ ਤਾਂ ਬਈ ਅਕੀਦੇ ਹੀ ਉਹ ਤਾਂ ਗੱਲ ਪੈਣ ਤੀਕਰ ਜਾਂਦੇ ਨੇ। ਤੇ ਭਾਈ ਗੱਲ ਪੈਣਾ ਤੇ ਫਿਰ ਯਾਰ ਮੈਂ ਕਿਸੇ ਦੇ ਗੱਲ ਪਵਣ ਨਾਲ ਨਹੀਂ ਆਇਆ, ਜਾਂ ਮੈਂ ਕਿਸੇ ਨਾਲ ਮੁਖਾਲਫਤ ਕਰਨ ਨਾਲ ਨਹੀਂ ਆਇਆ। ਮੈਂ ਸਿਰਫ ਇਸ ਵਜ੍ਹਾ ਤੋਂ ਆਇਆ ਕਿ ਯਾਰ ਤੁਸੀਂ ਵੀ ਆਵਾਜ਼ ਉਠਾਓ। ਇੱਕ ਅੱਲਾਹ ਦੀ ਇਸਲਾਮ ਦੀ ਖਾਤਰ ਉੱਠੋ। ਅਗਰ ਤੁਸੀਂ ਅੱਜ ਨਾ ਉੱਠੇ ਫਿਰ ਤੁਸੀਂ ਕਦੋਂ ਉੱਠੋਗੇ? ਜਦੋਂ ਵੀ ਕੋਈ ਐਸਾ ਵਾਕਿਆ ਆਉਂਦਾ ਹੈ ਕਿ ਜਿਹੜੇ ਦੁਨੀਆ ਤੋਂ ਚਲੇ ਜਾਂਦੇ ਨੇ ਉਹਨਾਂ ਨੂੰ ਪੁਕਾਰਨਾ ਸ਼ੁਰੂ ਕਰ ਦਿੰਦੇ ਜੀ, ਉਹਨਾਂ ਕੋਲੋਂ ਮਦਦ ਮੰਗਣੀ ਸ਼ੁਰੂ ਕਰ ਦਿੰਦੇ ਜੀ। ਓਏ ਅੱਲਾ ਦਾ ਕੋਈ ਨੇਕ ਬੰਦਾ ਦੁਨੀਆ 'ਚ ਜੇ ਹਯਾਤ ਹੈ ਤੇ ਤੁਸੀਂ ਉਹਦੇ ਕੋਲੋਂ ਮੰਗੋ ਕਿ ਯਾਰ ਆਹ ਗੱਲ ਹੈਗੀ ਤੇ ਸਾਡੇ ਵਾਸਤੇ ਦੁਆ ਕਰ। ਔਰ ਅੱਲਾਹ ਤਾਲਾ ਨੂੰ ਉਹ ਗੱਲ ਬੜੀ ਪਸੰਦ ਹੈ ਕਿ ਇਹ ਤਾਂ ਨਹੀਂ ਹੈ ਕਿ ਦੁਨੀਆ ਤੋਂ ਚਲਾ ਗਿਆ, ਉਹ ਕਬਰ ਵਿੱਚ ਚਲਾ ਗਿਆ ਹੈ, ਠੀਕ ਹੈ, ਤੇ ਜਨਾਬ ਤੁਸੀਂ ਉਹਦੇ ਕੋਲ ਜ਼ਿਆਦਾ ਮੰਗਣ ਲੱਗ ਪਓ। ਉਹ अल्लाह ताला कुरान में फरमाता है कि वो सुनते ही नहीं, आप उनको सुना ही नहीं सकते। सुनता है तो सिर्फ अल्लाह ताला सुनता है। अल्लाह ताला थोड़ी शाह रग तो नेड़े है। और अल्लाह तो मंगया करो। अल्लाह कोई तुहानू देंदा है तो तुहाडी बेहतरी वास्ते देंदा है। जज़ाकल्लाह।